ਸਤਿ ਸ਼੍ਰੀ ਅਕਾਲ ਜੀ। ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਰੀ ਸਵਾਗਤ ਕਰਦੀ ਹਾਂ। ਆਗਾਜ਼ ਕਰ ਲੈਂਦੇ ਹਾਂ ਹੈਡਲਾਈਨਸ ਦੇ ਨਾਲ। ਨਵੀਂ ਚੋਣ ਦੇ ਵਿੱਚ ਵੋਟਰਾਂ ਨੇ ਬਾਹਰ ਕੀਤੇ ਪੁਰਾਣੇ ਮੰਤਰੀ। ਲਿਬਰਲ ਨੂੰ ਕੈਬਨਿਟ ਦੇ ਲਈ ਕੁਝ ਹਫ਼ਤਿਆਂ 'ਚ ਕਰਨੀ ਪਵੇਗੀ ਚੋਣ। ਇਪਸੋਸ ਸਰਵੇ ਦੇ ਵਿੱਚ ਕਈ ਲੋਕ ਵੋਟ ਪਾਉਣ ਲੱਗੇ ਹੋਏ ਕਨਫਿਊਜ਼। ਕਈਆਂ ਨੇ ਵੋਟ ਪਾਉਣ ਦੀ ਥਾਂ ਵੋਟ ਕੀਤੀ ਖਰਾਬ। BC ਚ ਮਿਕਸਡ ਐਂਡ ਮੈਚ ਵੈਕਸੀਨ ਦੀ ਤੀਜੀ ਡੋਜ਼ ਲਈ ਕਈਆਂ ਨੇ ਦਿੱਤੀ ਆਪਣੀ ਪ੍ਰਤੀਕਿਰਿਆ ਕਿ ਹਮ ਮਿਕਸਡ ਐਂਡ ਮੈਚ ਵੈਕਸੀਨ ਨਾਲ ਨਹੀਂ ਕਰ ਪਾ ਰਹੇ ਯਾਤਰਾ। ਖਬਰਾਂ ਵਿਸਥਾਰ ਦੇ ਨਾਲ। ਇੱਕ ਹੋਰ ਇਲੈਕਸ਼ਨ ਆ ਗਈ ਤੇ ਚਲੀ ਗਈ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਅੰਦਰੂਨੀ ਕਈ ਹਿੱਸੇ ਦੁਬਾਰਾ ਤੋਂ ਚੁਣੇ ਗਏ ਨੇ, ਪਰ ਉਹਨਾਂ ਨੂੰ ਆਪਣੀ ਨਵੀਂ ਕੈਬਨਿਟ ਦੀ ਚੋਣ ਕਰਨ ਦੇ ਲਈ ਅੱਗੇ ਕੁਝ ਸਖਤ ਚੁਣਾਵ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੋਮਵਾਰ ਰਾਤ ਦੀ ਚੋਣ ਤੋਂ ਬਾਅਦ 4 ਔਰਤਾਂ ਆਪਣੀ ਥਾਂ ਖਾਲੀ ਛੱਡ ਗਈਆਂ ਨੇ। ਫਾਰਮਰ ਜੈਂਡਰ ਇਕੁਐਲਿਟੀ ਮੰਤਰੀ ਮਰੀਅਮ ਮੁਨਸਫ, ਫਾਰਮਰ ਸੀਨੀਅਰ ਮਿਨਿਸਟਰ ਡੈਬਸ਼ੈਟੇ ਤੇ ਫਾਰਮਰ ਫਿਸ਼ਰਿੰਗ ਤੇ ਓਸ਼ੀਅਨਜ਼ ਮਿਨਿਸਟਰ ਬਰਨੈਡੇਟੇ ਜਾਰਡਨ ਜੋ ਵੋਟਰਾਂ ਦੇ ਦੁਆਰਾ ਬਾਹਰ ਹੋ ਗਏ ਨੇ। ਸਾਬਕਾ ਬੁਨਿਆਦੀ ਢਾਂਚਾ ਮਿਨਿਸਟਰ ਕੈਥਰੀਨ ਮੈਕਨੇਨਾ ਨੇ ਦੁਬਾਰਾ ਚੋਣ ਨਹੀਂ ਲੜੀ। ਮਿਸ਼ੇਲ ਕੈਰਡੇਰੀਓ CEO ਆਫ ਵੈਨਗਾਰਡ ਤੇ ਸਾਬਕਾ ਪ੍ਰਧਾਨ ਮੰਤਰੀ ਪੌਲ ਮਾਰਟਨ ਦੇ ਸਾਬਕਾ ਉਪ ਮੁੱਖ ਮੰਤਰੀ ਸਟਾਫ ਦਾ ਕਹਿਣਾ ਹੈ ਕਿ ਨਵੀਂ ਕੈਬਨਿਟ ਜਿਹੜੀ ਹੈ ਮੰਤਰੀ ਪ੍ਰਤੀਨਿਧਤਾ ਜਿਵੇਂ BC ਤੇ ਅਲਬਰਟਾ ਦੇ ਵਿੱਚ ਧਿਆਨ ਕੇਂਦਰਿਤ ਕਰਨ ਦੇ ਨਾਲ ਉਸ 'ਚ ਤਬਦੀਲੀ ਹੋ ਸਕਦੀ ਹੈ। ਕੈਰਡੇਰੀਓ ਨੇ ਕਿਹਾ ਨਾ ਸਿਰਫ ਲਿੰਗ ਵਿਭਿੰਨਤਾ ਤੇ ਭੂਗੋਲਿਕ ਵਿਭਿੰਨਤਾ ਬਲਕਿ ਤੁਸੀਂ ਵੀ ਜਾਣਦੇ ਹੋ ਕਿ ਨਵੇਂ ਤੇ ਪੁਰਾਣੇ ਉੱਥੇ ਕੁਝ ਤਜਰਬਾ ਲੈਣਾ ਜਿਹੜਾ ਹੈ ਉਹ ਚਾਹੁੰਦੇ ਨੇ, ਪਰ ਨਵੇਂ ਫਤਵੇ ਦੇ ਬਾਅਦ ਤੁਸੀਂ ਨਵੇਂ ਚਿਹਰੇ ਦਾ ਪ੍ਰਦਰਸ਼ਨ ਵੀ ਕਰਨਾ ਚਾਹੁੰਦੇ ਹੋ। ਕੈਰਡੇਰੀਓ ਦਾ ਮੰਨਣਾ ਹੈ ਕਿ ਟਰੂਡੋ ਆਪਣੀ ਕੈਬਨਿਟ ਨੂੰ ਪਹਿਲਾਂ ਨਾਲੋਂ ਜਲਦੀ ਚੁਣਨਗੇ। ਸੰਭਾਵਤ ਤੌਰ ਤੇ ਕੁਝ ਹਫ਼ਤਿਆਂ ਦੇ ਵਿੱਚ ਟੀਮ ਨੂੰ ਘਰ ਵਾਪਸ ਆਉਣ ਤੋਂ ਪਹਿਲਾਂ ਤੇ ਉਹਨਾਂ ਦੀਆਂ ਫਾਈਲਾਂ ਦੇ ਵਿੱਚ ਤੇਜ਼ੀ ਲਿਆਉਣ ਦੇ ਲਈ ਵੀ ਉਹਨਾਂ ਕਿਹਾ ਕਿ ਅਕਤੂਬਰ ਦੇ ਸ਼ੁਰੂ ਦੇ ਵਿੱਚ ਮੈਂ ਥੈਂਕਸਗਿਵਿੰਗ ਦੇ ਆਲੇ ਦੁਆਲੇ ਕਹਿਣ ਜਾ ਰਿਹਾ ਜਦੋਂ ਮੈਨੂੰ ਇਹ ਸ਼ੱਕ ਹੋਵੇਗਾ ਕਿ ਸਾਡੇ ਕੋਲ ਕੈਬਨਿਟ ਹੋਵੇਗੀ। ਇਸ ਦੇ ਸਿਖਰ ਤੇ ਉਹ ਕਹਿੰਦੇ ਨੇ ਕਿ ਜ਼ਿਆਦਾਤਰ ਸੰਸਦ ਮੈਂਬਰ ਸੋਚਦੇ ਨੇ ਕਿ ਉਹਨਾਂ ਦੇ ਕੋਲ ਉਹ ਹੈ ਜੋ ਇਹ ਲੈਂਦੇ ਨੇ ਪਰ ਨੌਕਰੀ ਨਹੀਂ ਮਿਲੇਗੀ। ਤੁਸੀਂ ਆਪਣੀ ਖੁਸ਼ੀ ਦੇ ਲਈ ਬਹੁਤ ਸਾਰੇ ਲੋਕਾਂ ਨੂੰ ਨਿਰਾਸ਼ ਕਰਨ ਜਾ ਰਹੇ ਹੋ। ਉਹਨਾਂ ਦਾ ਕਹਿਣਾ ਹੈ ਕਿ ਮੰਤਰੀਆਂ ਨੂੰ ਉਹਨਾਂ ਦੇ ਫਾਈਲਾਂ ਤੋਂ ਜਾਣੂ ਹੋਣ ਦੇ ਲਈ ਕਾਫੀ ਸਮਾਂ ਦੇਣਾ ਚਾਹੀਦਾ ਹੈ ਤਾਂ ਕਿ ਉਹ ਘਰ ਵਾਪਸ ਆ ਸਕਣ। ਉਹਨਾਂ ਨੂੰ ਕੁਝ ਮੁੱਖ ਚੋਣ ਵਾਅਦਿਆਂ ਦੇ ਉੱਤੇ ਤੁਰੰਤ ਕਾਰਵਾਈ ਕਰਨ ਦੀ ਇਜਾਜ਼ਤ ਜਿਹੜੀ ਹੈ ਉਹ ਦਿੱਤੀ ਜਾ ਸਕੇ। ਤੁਸੀਂ ਵੀ ਵੋਟ ਪਾਉਣ ਵੇਲੇ ਹੋਏ ਸੀ ਕਨਫਿਊਜ਼ ਕਿ ਆਖਰੀ ਵੇਲੇ ਦੇ ਵਿੱਚ ਨਹੀਂ ਸਮਝ ਆ ਰਿਹਾ ਸੀ ਕਿੱਥੇ ਪਾਉਣੀ ਹੈ ਵੋਟ, ਜਾਂ ਫਿਰ ਘਰੋਂ ਨਿਕਲੇ ਕਿਸੇ ਹੋਰ ਨੂੰ ਵੋਟ ਪਾਉਣ ਤੇ ਪਾ ਦਿੱਤੀ ਕਿਸੇ ਹੋਰ ਨੂੰ, ਜਾਂ ਫਿਰ ਕਈਆਂ ਨੇ ਵੋਟ ਨਾ ਪਾਉਣ ਦਾ ਲੈ ਲਿਆ ਫੈਸਲਾ। ਇਹਨਾਂ ਸਵਾਲਾਂ ਦੇ ਉੱਤੇ ਸਰਵੇ ਹੋ ਰਹੇ ਨੇ। ਇਪਸੋਸ ਦਾ ਸਰਵੇ ਆਇਆ, ਉਸ ਸਰਵੇ ਦੇ ਵਿੱਚ ਇਹੀ ਸਵਾਲ ਲੋਕਾਂ ਨੂੰ ਪੁੱਛੇ ਗਏ ਜਿਸ ਦੇ ਵਿੱਚ ਵੱਖ-ਵੱਖ ਲੋਕਾਂ ਨੇ ਆਪਣੀ ਪ੍ਰਤੀਕਿਰਿਆ ਰੱਖੀ ਹੈ ਤੇ ਤਜਰਬੇ ਸਾਂਝੇ ਕਰਦਿਆਂ ਦੱਸਿਆ ਕਿ ਆਖਰੀ ਵਕਤ ਤੇ ਕਿਵੇਂ ਵੋਟ ਤੇ ਕਿਸ ਨੂੰ ਪਾਉਣੀ ਹੈ ਇਹ ਸਮਝ ਨਹੀਂ ਆ ਰਿਹਾ ਸੀ, ਸੋ ਉਹਨਾਂ ਨੇ ਤਬਦੀਲੀ ਕਰ ਦਿੱਤੀ। ਉਸ ਦੌਰਾਨ ਉਹਨਾਂ ਦੇ ਆਲੇ ਦੁਆਲੇ ਕੀ ਕੁਝ ਚੱਲ ਰਿਹਾ ਸੀ, ਸੁਣਦਿਆਂ ਸਰਵੇ ਦੇ ਵਿੱਚ ਲੋਕੀ ਕੁਝ ਕਹਿੰਦੇ ਨਜ਼ਰ ਆਏ। ਫੈਡਰਲ ਚੋਣਾਂ ਦੇ ਕੁਝ ਦਿਨਾਂ ਬਾਅਦ ਕੁਝ ਵੋਟਰ ਜੋ ਵੋਟ ਪਾਉਂਦੇ ਨੇ ਪਰ ਮੁਹਿੰਮ ਦੌਰਾਨ ਫੈਸਲਾ ਨਹੀਂ ਕਰ ਪਾ ਰਹੇ ਸੀ ਕਿਸ ਨੂੰ ਵੋਟ ਪਾਉਣ ਤੇ ਪਰੇਸ਼ਾਨ ਸਨ, ਅਜੇ ਵੀ ਇਹ ਭਰੋਸਾ ਕਰਦੇ ਨੇ ਕਿ ਉਹਨਾਂ ਦੀ ਵੋਟ ਦੇ ਨਾਲ ਕੋਈ ਫਰਕ ਨਹੀਂ ਪਿਆ। ਇਸ ਮਹੀਨੇ ਨੇਤਾਵਾਂ ਦੀ ਬਹਿਸ ਤੋਂ ਠੀਕ ਪਹਿਲਾਂ ਇਪਸੋਸ ਦੁਆਰਾ ਜਾਰੀ ਕੀਤੀ ਗਈ ਪੋਲਿੰਗ ਨੇ ਸੁਝਾਅ ਦਿੱਤਾ ਹੈ ਕਿ 8 ਕੈਨੇਡੀਅਨਾਂ ਦੇ ਵਿੱਚੋਂ ਇੱਕ ਨੂੰ ਇਹ ਫੈਸਲਾ ਕਰਨ ਦੇ ਵਿੱਚ ਮੁਸ਼ਕਿਲ ਆ ਰਹੀ ਸੀ ਕਿ ਵੋਟ ਕਿਸ ਨੂੰ ਪਾਉਣੀ ਹੈ। ਇੱਕ ਸਰਵੇ ਦੇ ਦੁਆਰਾ ਕੁਝ ਵੋਟਰਾਂ ਦਾ ਕਹਿਣਾ ਹੈ ਕਿ ਉਹ ਖੁਸ਼ ਹਨ ਕਿ ਉਹਨਾਂ ਨੇ ਇੱਕ ਚੋਣ ਕੀਤੀ ਹੈ, ਹਾਲਾਂਕਿ ਅੰਤਮ ਨਤੀਜਾ ਉਹ ਨਹੀਂ ਸੀ ਜੋ ਉਹਨਾਂ ਨੇ ਉਮੀਦ ਕੀਤੀ ਸੀ। ਕੁਝ ਟੋਰਾਂਟੋ ਖੇਤਰ ਦੇ ਵੋਟਰ ਕਹਿੰਦੇ ਨੇ ਅਸੀਂ ਉਸੇ ਸਥਿਤੀ ਵਿੱਚ ਵਾਪਸ ਆ ਗਏ ਹਾਂ ਜਿੱਥੇ ਅਸੀਂ 36 ਦਿਨ ਪਹਿਲਾਂ ਸੀ। ਆਖਿਰਕਾਰ ਵੋਟ NDP ਨੂੰ ਹੀ ਪਾਈ। ਇਹ ਅਸਲ ਵਿੱਚ ਸਰੋਤਾਂ ਦੀ ਬਰਬਾਦੀ, ਕੁਝ ਵੀ ਬਦਲਣ ਲਈ ਸਮੇਂ ਦੀ ਬਰਬਾਦੀ ਵਰਗਾ ਮਹਿਸੂਸ ਹੋਇਆ। ਚੋਣਾਂ ਨੇ ਵੇਖਿਆ ਕਿ 2019 ਦੇ ਨਤੀਜਿਆਂ ਦੇ ਮੁਕਾਬਲੇ ਲਿਬਰਲਾਂ ਨੇ ਸੰਸਦ ਵਿੱਚ ਸਿਰਫ 2 ਵਾਧੂ ਸੀਟਾਂ ਦੇ ਨਾਲ ਇੱਕ ਹੋਰ ਘੱਟ ਗਿਣਤੀ ਸਰਕਾਰ ਜਿੱਤੀ ਹੈ। ਕੰਜ਼ਰਵੇਟਿਵਾਂ ਨੇ 2 ਸੀਟਾਂ ਗਵਾ ਦਿੱਤੀਆਂ ਪਰ ਉਹ ਅਜੇ ਵੀ ਅਧਿਕਾਰਤ ਵਿਰੋਧੀ ਧਿਰ ਨੇ, ਜਦੋਂ ਕਿ NDP ਤੇ ਬਲਾਕ ਕਿਬੇਕਵਾ ਨੇ ਇੱਕ ਵਾਰ ਫਿਰ ਸੱਤਾ ਦਾ ਸੰਤੁਲਨ ਸੰਭਾਲਿਆ ਹੈ। ਮੈਕਾਰਟਰ ਦਾ ਕਹਿਣਾ ਹੈ ਕਿ ਉਹ NDP ਨੂੰ ਕਿਸੇ ਵੀ ਤਰ੍ਹਾਂ ਵੋਟ ਦੇ ਸਕਦੇ ਸੀ ਕਿਉਂਕਿ ਉਹ ਰਾਜਨੀਤਿਕ ਤੌਰ ਤੇ ਖੱਬੇ ਪਾਸੇ ਵਧੇਰੇ ਝੁਕਾਅ ਰੱਖਦੇ ਨੇ। ਫਿਰ ਵੀ ਮੁਹਿੰਮ ਦੌਰਾਨ ਉਹਨਾਂ ਨਿਊ ਡੈਮੋਕ੍ਰੇਟ ਸਮੇਤ ਕਿਸੇ ਵੀ ਪਾਰਟੀ ਤੋਂ ਥੋੜੀ ਪ੍ਰੇਰਨਾ ਮਿਲਣ ਤੋਂ ਬਾਅਦ ਆਪਣੀ ਵੋਟ ਬਦਲ ਦਿੱਤੀ। ਉਸਨੇ ਵੋਟ ਖਰਾਬ ਕਰਨ ਦਾ ਸੋਚਿਆ ਕਿਉਂਕਿ ਉਸਨੇ ਮਹਿਸੂਸ ਕੀਤਾ ਅਜਿਹਾ ਕਰਨ ਦੇ ਨਾਲ ਕੋਈ ਖਾਸ ਮਦਦ ਨਹੀਂ ਮਿਲੇਗੀ। ਉਹਨਾਂ ਕਿਹਾ ਕਿ ਜੇ ਮੈਂ ਇਹ ਸੁਨਿਸ਼ਚਿਤ ਕਰਨ ਲਈ ਲਿਬਰਲਾਂ ਨੂੰ ਵੋਟ ਦਿੱਤੀ, ਕੰਜ਼ਰਵੇਟਿਵ ਕਦੇ ਨਾ ਆਏ ਤਾਂ ਕੁਝ ਵੀ ਕਦੇ ਨਹੀਂ ਬਦਲੇਗਾ। ਇਪਸੋਸ ਪੋਲ ਨੇ ਉਸ ਸਮੇਂ ਤਕਰੀਬਨ ਅੱਧੇ ਨਿਰਣਾਇਕ ਵੋਟਰਾਂ ਨੂੰ
पाया जो 47% किसी भी पार्टी ਨੂੰ पसंद नहीं करते सन, ਜਦੋਂ कि 50% ने कहा कि कोविड-19 महामारी के विचाकार कोई भी चोन नहीं होनी चाहिए। नतीजिਆਂ ने यह भी सुझाव दिता है कि वह वोटर आम तौर पर कैनेडियनां के मुकाबले प्रधानमंत्री ट्रूडो ते उन्हां दी लिबरल सरकार प्रति घट प्रशंसायोग ने। तत्कालीन वोटरां दी 44% ने कहा है कि उन्होंने संघी सरकार की कारगुजारी को मंजूरी दी है जो राष्ट्रीय औसत नालों 3 अंक घट है। 60% के करीब ने यह कहा है कि देश गलत दिशा वाल जा रहा है, जदों कि सारे वोटरां ने 50% के मुकाबले डगलस मर्फी जो कि शुरू के निर्णायक ने कहा है, उसने अपनी रॉकबोरो की राइडिंग दे विच NDP ਨੂੰ भी वोट दी क्योंकि वह बदलाव वेखना चाहते सी। उन्होंने पार्टी ਨੂੰ दहाकिਆਂ ਦੇ लिबरल ਤੇ कंजरवेटिव शासन तो टुटते वेखਣ की उम्मीद की है। उन्होंने कहा कि सारे पार्टी आगू इक्को ਜਿਹੇ ने, एक बार जदों वो अपनी लोड़ींदियां सीटां हासिल कर लैंदे ने तां वो यकीनी बनाउण लई ਉਹ ਕਰਦੇ ਨੇ ਜੋ ਲੋਕਾਂ ਨੂੰ ਕਿਸੇ ਹੱਦ ਤੱਕ ਲਾਭਦਾਇਕ ਲੱਗੇ, ਪਰ ਉਹ ਇਹ ਵੀ ਕਰਦੇ ਨੇ ਜੋ ਉਹਨਾਂ ਨੂੰ ਲਾਭ ਦੇਵੇ। ਇਸ ਲਈ ਮੈਨੂੰ ਅਸਲ ਦੇ ਵਿੱਚ ਕੋਈ ਫਰਕ ਦਿਖਾਈ ਨਹੀਂ ਦੇ ਰਿਹਾ। ਡੈਮਰਸ ਨੇ ਕਿਹਾ ਕਿ ਉਹ ਅੰਤਮ ਨਤੀਜਿਆਂ ਤੋਂ ਪ੍ਰਭਾਵਿਤ ਨਹੀਂ ਸਨ, ਪਰ ਉਹਨਾਂ ਦਾ ਮੰਨਣਾ ਹੈ ਕਿ ਚੋਣਾਂ ਦੇ ਨਾਲ ਲਿਬਰਲਾਂ ਤੇ ਕੰਜ਼ਰਵੇਟਿਵਸ ਦੇ ਲਈ ਲੀਡਰਸ਼ਿਪ ਸਮੀਖਿਆ ਹੋ ਸਕਦੀ ਹੈ, ਜਿਸ ਦਾ ਉਹ ਸਮਰਥਨ ਕਰਨਗੇ। ਸ਼ਾਇਦ ਲੀਡਰਸ਼ਿਪ ਸਮੀਖਿਆ ਔਟੂਲੀਆ ਟਰੂਡੋ ਤੋਂ ਛੁਟਕਾਰਾ ਪਾ ਲਵੇਗੀ। इसकी कीमत $600 मिलियन होगी। दूजे पासे शायद ट्रूडो इस दे नाल एक बेहतर ते हंबल्ड नेता बन जाएंगे। वीरवार रात तक के मुढ़ले वोट आंकड़ियां तो पता लगता है कि इस साल दीयां चोणां विच कैनेडियन इतिहास दे विच सब तो घट मतदान होया है, जिस विच सिर्फ 62% योग वोटरां ने मतदान किया है। यह 2019 दीयां फैडरल चोणां नालों घट है, जिस दे विच 67% मतदान होया। 2015 ते 2011 दीयां चोणां विच क्रमवार 68.3% ते 61.1% मतदान होया है। न्यूज़ डेस्क तो चैनल पंजाबी दी रिपोर्ट। वैक्सीन ਜਿਹੜੀਆਂ ਕੈਨੇਡਾ ਦੇ ਵਿੱਚ ਅਪਰੂਵਡ ਨੇ ਉਹੀ ਯਾਤਰਾ ਕਰਨ ਵਾਲਿਆਂ ਦੇ ਲਈ ਸਫਲ ਮੰਨੀਆਂ ਜਾ ਰਹੀਆਂ ਨੇ, ਪਰ ਜਿਨ੍ਹਾਂ ਨੇ ਮਿਕਸ ਐਂਡ ਮੈਚ ਡੋਜ਼ ਹਾਸਲ ਕੀਤੀਆਂ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੈਨੇਡਾ ਦੇ ਵਿੱਚ ਕਈ ਪ੍ਰੋਵਿੰਸ ਮਿਕਸ ਐਂਡ ਮੈਚ ਵੈਕਸੀਨ ਦੀ ਅਗਲੀ ਡੋਜ਼ ਹਾਸਲ ਕਰ ਚੁੱਕੇ ਨੇ, ਪਰ ਜਿਨ੍ਹਾਂ ਨੂੰ ਲੰਬੀ ਉਡੀਕ ਕਰਨੀ ਪੈ ਰਹੀ ਹੈ ਉਹ ਯਾਤਰਾ ਨਹੀਂ ਕਰ ਪਾ ਰਹੇ। ਅਜਿਹੇ ਕੁਝ ਯਾਤਰੀਆਂ ਨੇ ਆਪਣੀ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ, ਜਿਸ ਦੇ ਵਿੱਚ ਯਾਤਰੀ ਯਾਤਰਾ ਕਰਨ ਲੱਗੇ ਖੱਜਲ ਹੋ ਰਹੇ ਨੇ। निराश ते आमदनी गुआउण के कारण कई लोग उत्तरी वैनकूवर के सूबे नूं कौमांतरी यात्रा दी मुश्किलों का सामना कर रहे हैं। लोग इसका हल लभण लई सरकार नूं कह रहे हैं। एक शख्स ने कोविड-19 टीके दीयां 2 खुराकां हासिल कीतियां। एस्ट्राजेनेका हुण वैक्सीवेरिया वजों ते मॉडर्ना स्पाइकवैक्स के नाम नाल जानी जाती है, पर नतीजे वजों वो कुछ देशों की यात्रा लई योग्यता लोड़ां नूं पूरा नहीं करते। इसे लई कई लोग जो विदेश दे विच काम कर रहे हैं फसे हुए ने। जे तुसीं कुछ होर महसूस करदे हो तां वो तुहानूं नॉन वैक्सीनेटेड के रूप दे विच ही देखदे ने। वो इकल्ले नहीं है। फैडरल सरकार के मुताबक लगभग 10% कैनेडियन आबादी नूं मिक्स खुराक मिली है। हैल्थ कैनेडा ने जून दे विच सिफारिश की सी कि एस्ट्राजेनेका का एक शॉट लैण वाले किसी भी व्यक्ति को mRNA टीके की दूजी खुराक जिवें कि फाइजर, कम्युनिटी ते मॉडर्ना तो वधेरे छूट मिलेगी, पर डी हास का कहना है कि इसने सिर्फ ते होर बहुत सारे लोगों लई यात्रा नूं वधेरे मुश्किल बना दिता है, क्योंकि कुछ देशों द्वारा मिक्स ते मैच की पहुँच नूं मानता नहीं दी गई। उदाहरण के लिए US अजे भी एस्ट्राजेनेका टीके नूं मानता नहीं दिंदा। कैनेडियन सरकार ने कायम रखा है कि वह यात्रा दीयां रुकावटां नूं दूर करन दे ढंग ते काम कर रही है, पर अजे तक समा सीमा दे बारे कोई वेरवा नहीं दिता गया। एक IT डिपार्टमेंट का व्यक्ति वो US सरकार या होर देशों में अपनी नीतियों को एक पैसे उत्ते बदलण दे विच बहुत ज़्यादा भरोसा नहीं रखता। इसलिए वो कहता है कि सूबाई सरकार को अगे वधाउण दा एक सधारण हल है। जे साडे कोल टीके दीयां लोड़ींदियां खुराकां ने ते मैनूं लगदा है कि साडे कोल वो लोग हैं जो तीजा डोज लैण लई प्रेरित हुंदे ने, ते जे साडे कोल सफिशेंट वैक्सीन है तो उन्हां नूं तीजी डोज लैण लई प्रेरित करना चाहिए। उन्होंने कहा कि BC दे विच फैसले लैण वालियां लई इह मुद्दा ਉਹ ਰਡਾਰ ਤੇ ਰੱਖਣਾ ਚਾਹੁੰਦੇ ਨੇ। ਕੈਨੇਡਾ ਦੇ ਵਿੱਚ ਇਹ ਕੋਈ ਨਵਾਂ ਵਿਚਾਰ ਨਹੀਂ ਹੈ। ਕਈ ਪ੍ਰਾਂਤ ਹੁਣ ਇਹ ਸੁਨਿਸ਼ਚਿਤ ਕਰਨ ਲਈ ਤੀਜਾ ਸ਼ਾਟ ਦੇ ਰਹੇ ਨੇ ਕਿ ਮਿਕਸਡ ਸ਼ਾਟ ਵਾਲੇ ਲੋਕ ਵਿਦੇਸ਼ਾਂ ਦੇ ਵਿੱਚ ਟੀਕੇ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੇ ਨੇ। ਕਿਊਬੈਕ ਪਹਿਲਾ ਪ੍ਰਾਂਤ ਸੀ ਜਿਸ ਨੇ ਜੁਲਾਈ ਦੇ ਵਿੱਚ ਵਾਧੂ ਸ਼ਾਟ ਵਾਪਸ ਦੇਣਾ ਸ਼ੁਰੂ ਕੀਤਾ। ਹਾਲਾਂਕਿ ਮਾਹਰਾਂ ਨੇ ਕਿਹਾ ਕਿ ਇਹ ਕਦਮ ਲੋਕਾਂ ਨੂੰ ਵਾਇਰਸ ਤੋਂ ਵਧੇਰੇ ਸੁਰੱਖਿਆ ਨਹੀਂ ਦੇਵੇਗਾ, ਕਿਉਂਕਿ ਆંકੜੇ ਦੱਸਦੇ ਨੇ कि मिक्स से मैच बहुत प्रभावशाली है। इस कदम के बाद एल्बर्टा ते सस्कैचुअन दे समान नीतियां पेश कीतियां ने। BC दे चोटी दे डॉक्टर ने जुलाई दे विच पुछया सी कि प्रांत लोकां नूं वधेरे आसानी नाल यात्रा करन दी आग्या देण लई अजिहा करेगा। जवाब सी कि नहीं। डॉक्टर बॉनी हैनरी ने 27 जुलाई नूं कहा कि स्पष्ट है कि देश भर दे विच असीं इस वल देख रहे हां। ਇਹ ਉਹ ਚੀਜ਼ ਹੈ ਜੋ ਬਹੁਤ ਜ਼ਿਆਦਾ ਪ੍ਰਭਾਵ ਹੈ।
ਅਸੀਂ ਕੈਨੇਡਾ ਦੇ ਨਾਲ ਕੰਮ ਕਰ ਰਹੇ ਹਾਂ, ਅਸੀਂ ਕੌਮਾਂਤਰੀ ਪੱਧਰ ਤੇ ਕੰਮ ਕਰ ਰਹੇ ਹਾਂ। ਉਹਨਾਂ ਕਿਹਾ ਕਿ ਕੈਨੇਡਾ ਵੈਕਸੀਨ ਰੋਲ ਆਊਟ ਸਿਫਾਰਸ਼ਾਂ ਦੇ ਵਿੱਚ ਇਕੱਲਾ ਨਹੀਂ ਹੈ। ਉਸਨੇ ਕਿਹਾ ਕਿ ਲਗਭਗ 15 ਦੇਸ਼ਾਂ ਨੇ ਇੱਕ ਬਰਾਬਰ ਟੀਕੇ ਦੀ ਰਣਨੀਤੀ ਦੀ ਪਾਲਣਾ ਕੀਤੀ ਹੈ ਤੇ ਸਾਰਿਆਂ ਨੂੰ ਇੱਕ ਸਮਾਨ ਮੁੱਦੇ ਦਾ ਸਾਹਮਣਾ ਕਰਨਾ ਪਿਆ। ਹੈਨਰੀ ਨੇ ਕਿਹਾ ਹੈ ਕਿ ਇੱਥੇ ਇਹ ਵੀ ਨੁਕਸਾਨ ਨੇ ਕਿ ਅਸੀਂ ਜਾਣਦੇ ਹਾਂ ਕਿ ਵਧੇਰੇ ਖੁਰਾਕਾਂ ਲੈਣ ਤੋਂ ਬਾਅਦ ਪ੍ਰਤੀਕੂਲ ਪ੍ਰਤੀਕਰਮ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ, ਜਦੋਂ ਕਿ ਵਿਦੇਸ਼ ਦੇ ਵਿੱਚ ਕੰਮ ਕਰਨ ਵਾਲੇ ਯਾਤਰਾ ਦੇ ਵਿੱਚ ਫਸੇ ਖਾਸ ਦਾ ਕਹਿਣਾ ਹੈ ਕਿ ਉਹ BC ਦੇ ਚੋਟੀ ਦੇ ਡਾਕਟਰ ਦੇ ਸਾਰੇ ਕੰਮਾਂ ਦੀ ਪ੍ਰਸ਼ੰਸਾ ਕਰਦੇ ਨੇ। ਉਹ ਇਸ ਮੁੱਦੇ ਨੂੰ ਆਪਣਾ ਮਨ ਬਦਲਣ ਲਈ ਕਹਿ ਰਹੇ ਨੇ। ਉਹਨਾਂ ਬੋਨੀ ਹੈਨਰੀ ਨੂੰ ਸੰਦੇਸ਼ ਦਿੰਦੇ ਕਿਹਾ ਹੈ ਕਿ ਇਹ ਬਹੁਤ ਵਧੀਆ ਹੋਵੇਗਾ ਜੇ ਟੀਕਾਕਰਨ ਦੇ ਰੂਪ ਦੇ ਵਿੱਚ ਸਾਡੇ ਕੋਲ ਇਸ ਸਮੇਂ ਮੁਸ਼ਕਿਲਾਂ ਨੂੰ ਜਾਣਦੇ ਹੋਏ ਕਿ ਸਾਨੂੰ ਤੀਜੀ ਖੁਰਾਕ ਵੀ ਮਿਲ ਸਕਦੀ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹ ਤੀਜੀ ਖੁਰਾਕ ਲਈ ਜੇਬ ਵਿੱਚੋਂ ਭੁਗਤਾਨ ਕਰਨ ਦੇ ਲਈ ਵੀ ਤਿਆਰ ਹੋਣਗੇ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਜੌਨ ਹੌਰਗਨ ਨੇ COVID-19 ਦੇ ਤਾਜ਼ਾ ਹਾਲਾਤਾਂ ਬਾਰੇ ਚਾਨਣਾ ਪਾਇਆ। ਉਹਨਾਂ ਦੱਸਿਆ ਕਿ ਇੱਕ ਐਲੀਮੈਂਟਰੀ ਸਕੂਲ ਦੇ ਅੰਦਰ 20 ਵਿਦਿਆਰਥੀਆਂ ਤੇ ਸਟਾਫ ਮੈਂਬਰਾਂ ਦੇ ਫੈਲਣ ਕਾਰਨ ਘੱਟੋ ਘੱਟ ਅਕਤੂਬਰ ਦੇ ਵਿੱਚ ਆਨਲਾਈਨ ਸਿੱਖਿਆ ਦੇ ਵੱਲ ਫੇਰ ਵਧਿਆ ਜਾ ਰਿਹਾ ਹੈ। ਯਾਨੀ ਕਿ ਹੁਣ 20 ਅਕਤੂਬਰ ਤੱਕ ਸਕੂਲਾਂ ਦੇ ਅੰਦਰ ਵਿਅਕਤੀਗਤ ਪੜ੍ਹਾਈ ਜਿਹੜੀ ਹੈ ਉਹ ਨਹੀਂ ਕਰਵਾਈ ਜਾਏਗੀ। WAC BC, the traditional territory of the Stolo people. And today I want to advise those participating today that I chaired a remote meeting of the Council of the Federation, and the premiers agreed there's urgent, pressing need to act on long-term, sustainable healthcare funding. We want to do that, as we've been saying for many, many years now, through stable, predictable increases in the Canada Health transfer. For too long, the federal government has been diminishing their contribution to public health care, and we believe that diminishment has to stop, and we need to get back to a better relationship where at least 35% of public health funding comes from Ottawa. Canadians, of course, expect us all to work together. They expect the premiers to be at the table, working in the interests of our respective jurisdictions, but we need a federal partner to do that. We call on the Prime Minister today to hold a First Minister's meeting at an early opportunity, preferably before the next throne speech, but certainly before the end of the year. And on behalf of all British Columbians, earlier in the week I spoke with the Prime Minister and offered my congratulations on his re-election and his government's ability to move forward. I also spoke with Opposition Leader Erin O'Toole and NDP Leader Jagmeet Singh and congratulated them on running campaigns to make sure that all voices are represented in the House of Commons. I did ask the Prime Minister to ensure that we focus on those shared issues that we have been determined to work on collectively, whether it be ensuring that we have affordable, quality childcare, whether we continue to have funding for housing and other initiatives that will keep people safe and in something resembling what they want to be at rather than in encampments. These are issues that both he and I share, and I'm confident that we will work on those together. We need to continue to build our infrastructure to move our people and to move our goods. And that, of course, includes expanding the SkyTrain from Surrey to Langley. ਦੇਖਦੇ ਹਾਂ ਸਾਡੇ ਸੀਨੀਅਰ ਪੱਤਰਕਾਰ ਜਸਕਰਨ ਸੋਹੋਤਾ ਦੀ ਗੱਲ ਅੱਜ ਦੀ। ਦੋਸਤੋ, ਅੱਜ ਦੀ ਗੱਲ ਵੈਕਸੀਨ ਸੰਬੰਧੀ ਆ ਰਹੀ ਇੱਕ ਸਮੱਸਿਆ ਬਾਰੇ। ਬਹੁਤ ਸਾਰੇ ਦੇਸ਼ਾਂ ਦੇ ਵਿੱਚੋਂ ਨਾਗਰਿਕ ਜਦੋਂ ਦੂਜੇ ਦੇਸ਼ ਦੇ ਵਿੱਚ ਜਾਂਦੇ ਆ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ। ਕਈ ਵਾਰੀ ਕੋਵਿਡ ਟੈਸਟ ਦਾ ਮਾਮਲਾ ਹੁੰਦਾ, ਕਈ ਵਾਰੀ ਵੈਕਸੀਨ ਦਾ ਮਾਮਲਾ ਹੁੰਦਾ। ਥਰਡ ਵਰਲਡ ਕੰਟਰੀ ਤੋਂ ਜਦੋਂ ਬਹੁਤ ਸਾਰੇ ਲੋਕ ਕੈਨੇਡਾ ਆਉਣ ਲੱਗੇ ਤਾਂ ਇਤਰਾਜ਼ ਇਹ ਹੋਇਆ ਕਿ ਇਹਨਾਂ ਦੇ ਕੋਲ ਜਿਹੜੇ ਵੈਕਸੀਨ ਸਰਟੀਫਿਕੇਟ ਨੇ ਜਾਲੀ ਨੇ, ਨਕਲੀ ਨੇ, ਇਹਨਾਂ ਦੇ ਉੱਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਡਾਇਰੈਕਟ ਫਲਾਈਟਸ ਰੋਕਣ ਦਾ ਇੱਕ ਵੱਡਾ ਕਾਰਨ ਇਹ ਸੀ। ਪਰ ਕੈਨੇਡਾ ਵਰਗੇ ਵਿਕਸਿਤ ਮੁਲਕ ਵਿੱਚ ਰਹਿਣ ਵਾਲੇ ਲੋਕਾਂ ਨੂੰ ਵੀ ਜਦੋਂ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜਾਂਦੇ ਆ ਤਾਂ ਉੱਥੇ ਵੀ ਉਹਨਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਿਹਦਾ ਸੰਬੰਧ ਵੈਕਸੀਨ ਦੇ ਨਾਲ ਹੁੰਦਾ। ਇਸ ਤਰ੍ਹਾਂ ਦਾ ਇੱਕ ਕੇਸ ਨਾਰਥ ਵੈਨਕੂਵਰ ਦੇ ਵਿੱਚ ਇੱਕ ਵਿਅਕਤੀ ਰਹਿੰਦਾ, ਉਹਨੇ ਆਪਣੀ ਕਹਾਣੀ ਦੱਸੀ ਆ। ਉਹਦਾ ਨਾਂ ਰੈਮਕੋ ਡੀ ਹੈਸ ਦੱਸਿਆ ਜਾ ਰਿਹਾ। ਮਾਮਲਾ ਕੀ ਆ ਕਿ ਉਹਨੇ ਕੋਵਿਡ ਵੈਕਸੀਨ ਲਵਾਈ। ਕੈਨੇਡਾ ਦੇ ਵਿੱਚ ਜਿਸ ਤਰ੍ਹਾਂ ਸਰਕਾਰ ਦੇ ਨਿਰਦੇਸ਼ ਆਏ ਕਿ ਹੁਣ ਤੁਸੀਂ ਵੈਕਸੀਨ ਲਵਾ ਲਓ, ਉਹਨੇ ਵੀ ਬਾਕੀਆਂ ਵਾਂਗੂ ਵੈਕਸੀਨ ਲਵਾ ਲਈ। ਪਰ ਉਹਨੇ ਵੈਕਸੀਨ ਜਿਹੜੀ ਕੋਵਿਡ-19 ਦੀ ਲਵਾਈ ਉਹ ਦੋ ਵੈਕਸੀਨ ਉਹਦੇ ਲੱਗੀਆਂ। ਪਹਿਲੀ ਵੈਕਸੀਨ ਉਹਦੇ ਐਸਟਰਾਜ਼ੈਨੇਕਾ ਦੀ ਲੱਗੀ ਜਿਹਦਾ ਨਾਂ ਸ਼ਾਇਦ ਵੈਕਸਵੇਰੀਆ ਆ, ਤੇ ਦੂਜੀ ਮੋਡਰਨਾ ਦੀ ਵੈਕਸੀਨ ਉਹਦੇ ਲੱਗੀ ਜਿਹਦਾ ਨਾਂ ਸਪਾਈਕ ਵੈਕਸ ਆ। ਭਾਵ ਜਿਹੜਾ ਇੱਕ ਮਿਕਸ ਐਂਡ ਮੈਚ ਦੀ ਗੱਲਬਾਤ ਕੈਨੇਡਾ ਦੇ ਵਿੱਚ ਚੱਲੀ ਸੀ, ਉਹਦੇ ਇਹ ਵੈਕਸੀਨ ਲੱਗੀਆਂ, ਦੋ ਵੈਕਸੀਨ ਲੱਗੀਆਂ, ਪਰ ਦੋਵੇਂ ਵੱਖ-ਵੱਖ ਆ। ਹੁਣ ਜਦੋਂ ਉਹ ਕੰਮਕਾਰ ਦੇ ਲਈ ਬਾਹਰ ਜਾਣਾ ਪੈਂਦਾ ਉਹਨੂੰ, ਜਦੋਂ ਉਹ ਟਰੈਵਲ ਕਰਦਾ ਤੇ ਉਹਨੂੰ ਸਮੱਸਿਆ ਇਹ ਆ ਰਹੀ ਆ ਕਿ ਬਹੁਤ ਸਾਰੇ ਦੇਸ਼ ਕੈਨੇਡਾ ਦੀਆਂ ਇਹਨਾਂ ਵੈਕਸੀਨਸ ਨੂੰ ਮਾਨਤਾ ਨਹੀਂ ਦੇ ਰਹੇ। ਉਹ ਕਹਿੰਦੇ ਸਾਡੇ ਹਿਸਾਬ ਨਾਲ ਤੇਰੇ ਲੱਗੀ ਚਾਹੇ ਨਾ ਲੱਗੀ ਇੱਕ ਬਰਾਬਰ ਆ। ਭਾਵ ਉਹਨੂੰ ਉਸ ਕੈਟਾਗਰੀ 'ਚ ਰੱਖਿਆ ਜਾਂਦਾ ਵੀ ਇਹਦੇ ਵੈਕਸੀਨ ਨਹੀਂ ਲੱਗੀ, ਅਨਵੈਕਸੀਨੇਟਡ ਆ। ਉਹ ਵਿਅਕਤੀ ਇਸ ਗੱਲ ਤੋਂ ਹੁਣ ਤੰਗ ਆ
ਤੇ ਉਹ ਬੇਨਤੀ ਕਰ ਰਿਹਾ ਸਰਕਾਰ ਨੂੰ ਵੀ ਇਹਦਾ ਕੋਈ ਨਾ ਕੋਈ ਹੱਲ ਲੱਭਿਆ ਜਾਵੇ। IT ਪ੍ਰੋਜੈਕਟ ਮੈਨੇਜਰ ਆ ਤੇ ਜਿਹਦੇ ਮਾਮਲੇ ਦੇ ਵਿੱਚ ਉਹਨੂੰ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਟਰੈਵਲ ਕਰਨਾ ਪੈਂਦਾ ਤੇ ਉਹਨੂੰ ਨਾਨ ਵੈਕਸੀਨੇਟਡ ਕੈਟਾਗਰੀ ਦੇ ਵਿੱਚ ਰੱਖਣ ਦੇ ਨਾਲ ਉਹਦੇ ਕੰਮਕਾਰ ਦਾ ਨੁਕਸਾਨ ਹੋ ਰਿਹਾ। ਤੇ ਹੁਣ ਜਦੋਂ ਇਹ ਪਤਾ ਲੱਗਾ ਕਿ ਜੇ ਇਸ ਵਿਅਕਤੀ ਨੂੰ ਨਹੀਂ ਜਾਣ ਦਿੱਤਾ ਜਿਹਦੇ ਵੈਕਸੀਨ ਲੱਗੀ ਆ, ਤਾਂ ਜਦੋਂ ਡਾਟਾ ਦੇਖਿਆ ਗਿਆ ਉਹਦੇ ਤੋਂ ਬਾਅਦ ਪਤਾ ਲੱਗਦਾ ਵੀ ਇਹ ਇਕੱਲਾ ਨਹੀਂ, 10% ਕੈਨੇਡੀਅਨ ਪਾਪੂਲੇਸ਼ਨ ਦੇ ਲੋਕਾਂ ਨੂੰ ਮਿਕਸ ਡੋਜ਼ਸ ਮਿਲੀਆਂ। ਇਹਨਾਂ ਲੋਕਾਂ ਦਾ ਕੀ ਕਸੂਰ ਆ? ਇਹਨਾਂ ਨੇ ਸਰਕਾਰ ਦੇ ਸਿੱਧ ਅਧਿਕਾਰੀਆਂ ਦੇ ਕਹਿਣ ਦੇ ਉੱਤੇ ਵੱਖ-ਵੱਖ ਵੈਕਸੀਨ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਉਸ ਤਰ੍ਹਾਂ ਲਵਾ ਲਈਆਂ। ਸਰਕਾਰ ਨੇ ਕਿਹਾ ਕਿ ਜਿਹੜੀ ਹੈਲਥ ਏਜੰਸੀ ਸੀ ਉਹਨਾਂ ਨੇ ਕਿਹਾ ਕਿ ਜਿਹੜੀ ਮਿਕਸ ਐਂਡ ਮੈਚ ਆ, ਭਾਵ ਤੁਸੀਂ 2 ਡੋਜ਼ਸ ਵੱਖਰੀਆਂ ਲਵਾਉਣੇ ਆ ਵੱਖਰੀ ਵੈਕਸੀਨ ਦੀ ਆ, ਉਹਦੇ ਨਾਲ ਜ਼ਿਆਦਾ ਪ੍ਰੋਟੈਕਸ਼ਨ ਮਿਲਦੀ ਹੈ ਕਿ ਜ਼ਿਆਦਾ ਕਾਰਗਰ। ਲੋਕਾਂ ਨੇ ਉਸ ਕਹੇ ਅਨੁਸਾਰ ਲਵਾ ਲਿਆ। ਪਰ ਹੁਣ ਸਮੱਸਿਆ ਇਹ ਆ ਰਹੀ ਆ ਕਿ ਜਦੋਂ ਬਾਹਰ ਜਾਂਦੇ ਆ, ਬਾਹਰ ਜਾਣ ਵੇਲੇ ਉਹਨਾਂ ਨੂੰ ਕਿਹਾ ਜਾਂਦਾ ਕਿ ਤੁਹਾਡੇ ਵੈਕਸੀਨ ਨਹੀਂ ਲੱਗੀ, ਮਿਕਸ ਐਂਡ ਮੈਚ ਅਪਰੋਚ ਗਲਤ ਆ। ਕੁਝ ਦੇਸ਼ ਇਸ ਅਪਰੋਚ ਨੂੰ ਮਾਨਤਾ ਨਹੀਂ ਦੇ ਰਹੇ। ਇੱਥੋਂ ਤੱਕ ਕਿ ਜਿਹੜਾ ਗੁਆਂਢੀ ਦੇਸ਼ ਆ ਸਾਡਾ ਅਮਰੀਕਾ, ਉਹ ਐਸਟਰਾਜ਼ੈਨੇਕਾ ਦੀ ਵੈਕਸੀਨ ਨੂੰ ਹੀ ਮਾਨਤਾ ਨਹੀਂ ਦੇ ਰਿਹਾ ਜਿਹੜੀ ਧੜਾ-ਧੜ ਕੈਨੇਡਾ ਦੇ ਵਿੱਚ ਲੱਗੀ ਆ। ਇਹ ਸਮੱਸਿਆ ਸਾਰੇ ਦੇਸ਼ਾਂ ਨੂੰ ਆ ਰਹੀ ਹੈ। ਹੁਣ ਕੀਤਾ ਕੀ ਜਾ ਸਕਦਾ? ਕਿਹਾ ਇਹ ਜਾ ਰਿਹਾ ਕਿ ਘੱਟੋ ਘੱਟ ਇਹ ਟਰੈਵਲ ਬੈਰੀਅਰ ਰਿਮੂਵ ਕੀਤੇ ਜਾਣ, ਕਿਸੇ ਤਰ੍ਹਾਂ ਉਹਨਾਂ ਸਰਕਾਰਾਂ ਨਾਲ ਗੱਲ ਕੀਤੀ ਜਾਵੇ ਤਾਂ ਕਿ ਜਿਹੜੇ ਲੋਕਾਂ ਨੂੰ ਸਮੱਸਿਆ ਆ ਰਹੀ ਆ ਉਹ ਇਹਦੇ ਤੋਂ ਬਚ ਸਕਣ। ਇਹ ਲੋਕ ਜਿਨ੍ਹਾਂ ਦੇ ਮਿਕਸ ਐਂਡ ਮੈਚ ਲੱਗੀ ਹੈ ਕਹਿੰਦੇ ਸਾਨੂੰ ਯਕੀਨ ਨਹੀਂ ਦੂਜੇ ਦੇਸ਼ਾਂ ਦੀਆਂ ਸਰਕਾਰਾਂ ਤੇ, ਨਾ ਹੀ ਸਾਨੂੰ US ਸਰਕਾਰ ਦੇ ਉੱਤੇ ਯਕੀਨ ਆ ਵੀ ਉਹ ਕਿਸੇ ਤਰ੍ਹਾਂ ਐਸਟਰਾਜ਼ੈਨੇਕਾ ਨੂੰ ਮਾਨਤਾ ਦੇ ਦੇਣ, ਜਾਂ ਜਿਹੜੇ ਯੂਰਪੀਅਨ ਜਾਂ ਕੁਝ ਕੰਟਰੀਜ਼ ਦੇ ਵਿੱਚ ਮਾਨਤਾ ਨਹੀਂ ਦਿੱਤੀ ਜਾ ਰਹੀ ਮਿਕਸ ਐਂਡ ਮੈਚ ਨੂੰ, ਕਿਦੋਂ ਵੱਖਰੀਆਂ ਵੈਕਸੀਨ ਲੱਗੀਆਂ ਹੋਣ। ਉਹ ਕਹਿੰਦੇ ਸਾਨੂੰ ਆਸ ਆਪਣੀ ਸਰਕਾਰ ਤੇ ਆ, ਪ੍ਰੋਵਿੰਸ਼ੀਅਲ ਸਰਕਾਰ ਤੇ ਆ, BC ਦੀ ਸਰਕਾਰ ਦੇ ਉੱਤੇ ਆ ਕਿ ਇਹ ਕੁਛ ਕਰੇ। ਇਹ ਕੀ ਕਰ ਸਕਦੇ ਆ? ਇਹ ਕਰ ਸਕਦੇ ਆ ਕਿ ਲੋਕਾਂ ਨੂੰ 3rd ਡੋਜ਼ ਲਾ ਦੇਣ। ਜਿਹੜੀ 2 ਡੋਜ਼ ਲੱਗੀਆਂ ਉਹਦੇ ਵਿੱਚ ਤੀਜੀ ਡੋਜ਼ ਲਾ ਦੇਣ। ਤੀਜੀ ਡੋਜ਼ ਲਾਉਣ ਦੇ ਨਾਲ ਕੀ ਹੋਊਗਾ? ਉਹ ਮਿਕਸ ਐਂਡ ਮੈਚ ਵਾਲਾ ਕਨਸੈਪਟ ਖਤਮ ਹੋ ਜਾਊਗਾ ਤੇ ਇਹਨਾਂ ਨੂੰ ਵੀ ਵੈਕਸੀਨੇਟਡ ਮੰਨ ਲਿਆ ਜਾਊਗਾ। ਪਰ ਲੱਗਦਾ ਇਹ ਸਮੱਸਿਆ ਇਸ ਤਰ੍ਹਾਂ ਅਜੇ ਹੱਲ ਨਹੀਂ ਹੋ ਰਹੀ। ਇਹ ਸਮੱਸਿਆ ਬਹੁਤ ਸਾਰੇ ਸੂਬਿਆਂ ਦੇ ਵਿੱਚ ਆਈ। ਕੈਨੇਡਾ ਦੇ ਵਿੱਚ ਕੁਬੈਕ ਪਹਿਲਾ ਸੂਬਾ ਸੀ ਜਿਹਨੇ ਅਨਾਉਂਸ ਕੀਤਾ ਕਿ ਐਡੀਸ਼ਨਲ ਸ਼ਾਟ ਇਹ ਦੇ ਦੇਣਗੇ, ਜੁਲਾਈ ਦੀ ਗੱਲ ਆ ਇਹ, ਕਿ ਇੱਕ ਐਡੀਸ਼ਨਲ ਵੈਕਸੀਨ ਲਾ ਦੇਣਗੇ ਤਾਂ ਕਿ ਲੋਕਾਂ ਨੂੰ ਜ਼ਿਆਦਾ ਪ੍ਰੋਟੈਕਸ਼ਨ ਮਿਲ ਜਾਵੇ ਤੇ ਕੋਈ ਸਮੱਸਿਆ ਨਾ ਆਵੇ। ਹੁਣ ਇਹ ਜਿਹੜੀ ਗੱਲਬਾਤ ਦੂਜੇ ਨੰਬਰ ਤੇ ਫਿਰ ਅਲਬਰਟਾ ਦੇ ਵਿੱਚ ਆਈ, ਫਿਰ ਸਸਕਾਚਵਿਨ ਦੇ ਵਿੱਚ ਇੰਟਰੋਡਿਊਸ ਕੀਤਾ ਗਿਆ ਸੇਮ ਤਰ੍ਹਾਂ ਦੀਆਂ ਪਾਲਿਸੀਜ਼। ਬ੍ਰਿਟਿਸ਼ ਕੋਲੰਬੀਆ ਦੇ ਟੌਪ ਡਾਕਟਰ ਨੂੰ ਜਦੋਂ ਜੁਲਾਈ ਦੇ ਵਿੱਚ ਪੁੱਛਿਆ ਗਿਆ ਸੀ ਕਿ ਕੀ ਤੁਸੀਂ ਲੋਕਾਂ ਨੂੰ ਤੀਜੀ ਡੋਜ਼ ਲਾਓਗੇ ਤਾਂ ਕਿ ਉਹਨਾਂ ਨੂੰ ਟਰੈਵਲ ਸੌਖਾ ਹੋ ਸਕੇ, ਤਾਂ ਉਹਨਾਂ ਦਾ ਜਵਾਬ ਸੀ ਨਹੀਂ। ਸਿਹਤ ਅਧਿਕਾਰੀਆਂ ਦਾ ਕਹਿਣਾ ਆ ਕਿ ਅਸੀਂ ਇਕੱਲੇ ਨਹੀਂ, ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੇ ਵਿੱਚ ਮਿਕਸ ਐਂਡ ਮੈਚ ਪਾਲਿਸੀ ਅਪਣਾਈ ਗਈ ਆ ਤੇ ਇਹ ਸਾਇੰਟੀਫਿਕਲੀ ਦੱਸਦੀ ਆ ਕਿ ਇਹ ਬਿਲਕੁਲ ਸਹੀ ਆ ਤੇ ਲੋਕ ਇਹਦੇ ਨਾਲ ਜ਼ਿਆਦਾ ਪ੍ਰੋਟੈਕਟ ਹੁੰਦੇ ਆ। ਪਰ ਹੱਲ ਕੀ ਹੋਣਾ ਇਹਦਾ ਪਤਾ ਨਹੀਂ। ਲੋਕਾਂ ਨੂੰ ਬਾਹਰ ਜਾਣ ਵੇਲੇ, ਕੈਨੇਡਾ ਤੋਂ ਦੂਜੇ ਦੇਸ਼ਾਂ ਦੇ ਵਿੱਚ ਜਾਣ ਵੇਲੇ ਸਮੱਸਿਆ ਵੱਡੀ ਆ ਰਹੀ ਆ। ਉਹਨਾਂ ਦੀ ਮੰਗ ਆ ਕਿ ਸਾਨੂੰ ਤੀਜੀ ਡੋਜ਼ ਲਾਈ ਜਾਵੇ ਤਾਂ ਕਿ ਅਸੀਂ ਇਹਦੇ ਨਾਲ ਅੱਗੇ ਜਾ ਸਕੀਏ। ਲੋਕ ਬਹੁਤ ਸਾਰੇ ਕੋਲੋਂ ਜੇਬ ਦੇ ਵਿੱਚੋਂ ਪੈਸੇ ਦੇਣ ਨੂੰ ਵੀ ਤਿਆਰ ਆ ਕਿ ਅਸੀਂ ਕੋਲੋਂ ਪੈਸੇ ਦੇ ਦਾਂਗੇ, ਸਾਡੇ ਤੀਜੀ ਡੋਜ਼ ਲਾ ਦਿਓ। ਤੇ ਜੇ ਕੈਨੇਡਾ ਦੇ ਕੋਲ ਸਫੀਸ਼ੀਐਂਟ ਵੈਕਸੀਨ ਦੀਆਂ ਡੋਜ਼ਸ ਹੈਗੀਆਂ, ਜਿੱਦਾਂ ਸ਼ੁਰੂ 'ਚ ਗੱਲ ਕੀਤੀ ਜਾਂਦੀ ਸੀ ਕਿ ਜਿੰਨੀ ਕੈਨੇਡੀਅਨ ਪਾਪੂਲੇਸ਼ਨ ਆ ਉਹ ਤੋਂ ਕਿੰਨੇ ਗੁਣਾ ਜ਼ਿਆਦਾ ਇਹਨਾਂ ਨੇ ਵੈਕਸੀਨ ਲੈ ਲਈ ਆ, ਦੂਜੇ ਦੇਸ਼ਾਂ ਤੋਂ ਮੰਗਵਾ ਲਈ ਆ, ਉਹਦੀ ਡਾਊਨ ਪੇਮੈਂਟ ਦੇ ਦਿੱਤੀ ਆ, ਤਾਂ ਲੋਕ ਮੰਗ ਕਰ ਰਹੇ ਆ ਕਿ ਸਾਡੇ ਹੁਣ ਤੀਜੀ ਡੋਜ਼ ਲਾ ਦਿੱਤੀ ਜਾਵੇ ਕਿਉਂਕਿ ਪ੍ਰੋਟੈਕਸ਼ਨ ਮਿਲਣੀ ਤਾਂ ਠੀਕ ਆ। 2 ਮਿਕਸ ਦਵਾਈਆਂ, 2 ਵੈਕਸੀਨ ਵੱਖ-ਵੱਖ ਮਿਕਸ ਕਰਨ ਦੇ ਨਾਲ ਪ੍ਰੋਟੈਕਸ਼ਨ ਤਾਂ ਮਿਲ ਜਾਊਗੀ, ਪਰ ਇਹਨਾਂ ਨੂੰ ਦੂਜੇ ਦੇਸ਼ਾਂ ਦੇ ਬਾਰਡਰਾਂ ਦੇ ਉੱਤੇ ਤੰਗ ਕੀਤਾ ਜਾ ਰਿਹਾ। ਉਹ ਦੇਸ਼ ਆਪਣੇ ਦੇਸ਼ ਦੇ ਵਿੱਚ ਆਉਣ ਨਹੀਂ ਦੇ ਰਹੇ ਤੇ ਇਹਨਾਂ ਨੂੰ ਉਸ ਕੈਟਾਗਰੀ ਦੇ ਰੱਖ ਰਹੇ ਆ ਜਿਹਦੇ ਵਿੱਚ ਕਿਸੇ ਦੇ ਕੋਈ ਵੀ ਵੈਕਸੀਨ ਨਾ ਲੱਗੀ ਹੋਵੇ, ਉਹਨੂੰ ਰੱਖਿਆ ਜਾਂਦਾ। ਅੱਗੇ ਦੇਖਦੇ ਹਾਂ ਐਡਮਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਘਾ ਦੀ ਖਾਸ ਅਪਡੇਟ। ਚੈਨਲ ਪੰਜਾਬੀ ਵੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਘੀ ਜੀ ਆਇਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਡਮਿੰਟਨ ਸ਼ਹਿਰ ਤੋਂ ਖਬਰਾਂ ਲੈ ਕੇ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ ਜੀ। ਅੱਜ ਇੱਕ ਖਬਰ ਇਹ ਆ ਰਹੀ ਆ, ਹਜੇ ਲੋਕਾਂ ਦਾ ਚਾਅ ਪੂਰਾ ਹੋਇਆ ਹੋਣਾ ਕਿ ਲਿਬਰਲ ਪਾਰਟੀ ਨੇ ਕੈਲਗਰੀ ਦੇ ਵਿੱਚੋਂ ਇੱਕ ਸੀਟ ਵਿਨ ਕੀਤੀ ਹੈ, ਜਿਹੜੀ ਜਾਰਜ ਚਾਲ ਹੋਰੀ ਸਾਬਕਾ ਕਾਉਂਸਲਰ ਨੇ ਸਿਟੀ ਆਫ ਕੈਲਗਰੀ ਦੇ। ਚੱਕਰ ਇਹ ਹੋਇਆ ਜੀ ਵੀ ਉਹਨਾਂ ਸੀਟ ਤਾਂ ਵਿਨ ਕਰ ਲਈ, ਪਰ ਇੱਕ ਦਿਨ ਪਹਿਲਾਂ ਵੋਟਾਂ ਪੈਣ ਤੋਂ ਉਹ ਰਾਤ ਨੂੰ ਕਿਸੇ ਦੇ ਘਰ ਜਿਹੜੇ ਜੀ ਆਪਣੇ ਫਲਾਇਰ ਸਿੱਟਣ ਗਏ ਨੇ, ਔਰ ਉਹ ਫਲਾਇਰ ਸਿੱਟਦਿਆਂ ਉਹਨਾਂ ਤੇ ਹੁਣ ਇਹ ਦੋਸ਼ ਲੱਗ ਰਿਹਾ ਵੀ ਉਹਨਾਂ ਨੇ ਆਪਣੇ ਆਪੋਨੈਂਟ ਦਾ ਜਿਹੜਾ ਫਲਾਇਰ ਸੀਗਾ ਉਹ ਕਿਸੇ ਦੇ ਘਰ ਤੇ ਲੱਗਾ ਹੋਇਆ ਰਿਮੂਵ ਕਰ ਦਿੱਤਾ ਤੇ ਆਪਣਾ ਲਾ ਦਿੱਤਾ। ਉਹ ਉਹਨਾਂ ਦੀ ਜਿਹੜੇ ਵਿਅਕਤੀ ਦਾ ਘਰ ਸੀਗਾ ਜੀ, ਉਹਦੀ ਡੋਰ ਬੈਲ ਤੇ ਜਿਹੜਾ ਕੈਮਰਾ ਲੱਗਾ ਉਹਦੇ ਵਿੱਚ ਉਹ ਸਾਰੀ ਗੱਲਬਾਤ ਰਿਕਾਰਡ ਹੋ ਗਈ ਹੈ।
ਤੇ ਇਹ ਜਦੋਂ ਇਹਦੇ ਤੇ ਸ਼ਿਕਾਇਤ ਕੀਤੀ ਗਈ ਹੈ ਉਹਨਾਂ ਦੇ ਆਪੋਨੈਂਟ ਵੱਲੋਂ ਜਾਂ ਕਿਸੇ ਵੱਲੋਂ ਵੀ, ਔਰ ਪੁਲਿਸ ਉਹਦੀ ਹੁਣ ਤਫਤੀਸ਼ ਕਰ ਰਹੀ ਆ ਕਿ ਉਹ ਗੱਲ ਹੋਈ ਆ, ਕਿਵੇਂ ਹੋਈ ਆ, ਕਿਉਂ ਹੋਈ ਆ। ਸਿਟੀ ਆਫ ਕੈਲਗਰੀ ਦੀ ਜਿਹੜੀ ਪੁਲਿਸ ਹੈ ਜੀ, ਉਹਨਾਂ ਨੇ ਇਹ ਗੱਲ ਦੱਸੀ ਆ, ਪਰ ਜਿਹੜੀ ਜਾਰਜ ਚਾਹਲ ਹੋਰਾਂ ਦੀ ਕੈਂਪੇਨ ਟੀਮ ਆ, ਉਹ ਕਹਿੰਦੇ ਜੀ ਵੀ ਸਾਨੂੰ ਹਜੇ ਤਾਈਂ ਉਹਨਾਂ ਵੱਲੋਂ ਕੋਈ ਇਤਲਾਹ ਨਹੀਂ ਆਈ ਕਿ ਕੋਈ ਇਸ ਤਰ੍ਹਾਂ ਦੀ ਇਨਵੈਸਟੀਗੇਸ਼ਨ ਹੋ ਰਹੀ ਆ ਜਾਂ ਨਹੀਂ ਹੋ ਰਹੀ। ਇੱਕ ਉਹਨਾਂ ਨੇ ਗੱਲ ਦੱਸੀ ਆ ਵੀ ਦੇਖੋ ਜੀ, ਉਹ ਜਿਹੜਾ ਫਲਾਇਰ ਸੀਗਾ ਉਹਨਾਂ ਦੀ ਅਪੋਨੈਂਟ ਵਾਲਾ, ਉਸ ਫਲਾਇਰ ਦੇ ਉੱਤੇ ਗਲਤ ਜਾਣਕਾਰੀ ਦਿੱਤੀ ਗਈ ਸੀਗੀ, ਤੇ ਪਰ ਉਹ ਜਿਹੜਾ ਵਿਅਕਤੀ ਜਿਹਦਾ ਘਰ ਆ ਤੇ ਜਿਹੜੀ ਉਹਨਾਂ ਦੀ ਆਪੋਨੈਂਟ ਆ ਜਾਰਜ ਚਾਹਲ ਹੋਰਾਂ ਦੀ, ਉਹਨਾਂ ਦਾ ਕਹਿਣਾ ਹੈ ਜੀ ਵੀ ਜਿਹੜੀ ਉਹ ਇਨਫੋਰਮੇਸ਼ਨ ਗਲਤ ਦਿੱਤੀ ਗਈ ਸੀਗੀ, ਉਹ ਨਾ ਕਿ ਇਹਨਾਂ ਦੇ ਆਪੋਨੈਂਟ ਵੱਲੋਂ ਦਿੱਤੀ ਗਈ, ਸਗੋਂ ਇਹਨਾਂ ਦੇ ਫਲਾਇਰ ਦੇ ਉੱਤੇ ਉਹ ਕਹਿੰਦੇ ਜੀ ਗਲਤ ਇਨਫੋਰਮੇਸ਼ਨ ਦਿੱਤੀ ਗਈ ਸੀਗੀ। ਹੁਣ ਇਹ ਮਸਲਾ ਬੜਾ ਸੀਰੀਅਸ ਰੁਖ ਅਖਤਿਆਰ ਕਰ ਰਿਹਾ ਜੀ, ਕਿਉਂਕਿ ਜਾਰਜ ਚਾਹਲ ਹੋਰਾਂ ਤੇ ਇਹ ਗੱਲ ਕਹੀ ਜਾ ਰਹੀ ਸੀਗੀ ਕਿ ਹੋ ਸਕਦਾ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਟਰੂਡੋ ਹੋਰਾਂ ਦੀ ਕੈਬਨਿਟ ਦੇ ਵਿੱਚ ਇਹਨਾਂ ਨੂੰ ਪਿਕ ਕਰ ਲਿਆ ਜਾਏਗਾ, ਪਰ ਹੁਣ ਉਹਨਾਂ ਦੀ ਇਸ ਜੱਜਮੈਂਟ ਕਾਲ ਦੇ ਉੱਤੇ ਸਾਰੀ ਗੱਲਬਾਤ ਜਿਹੜੀ ਹੈ ਜੀ ਉਹ ਰੁਕ ਗਈ ਆ, ਔਰ ਇਹ ਕਿਹਾ ਜਾ ਰਿਹਾ ਵੀ ਜਿੰਨੀ ਦੇਰ ਤੱਕ ਇਹ ਗੱਲਬਾਤ ਜਿਹੜੀ ਆ ਇਹ ਰਿਜ਼ੋਲਵ ਨਹੀਂ ਹੁੰਦੀ, ਉਨੀ ਦੇਰ ਤੱਕ ਉਹਨਾਂ ਨੂੰ ਕੈਬਨਿਟ ਦੇ ਵਿੱਚ ਜਗ੍ਹਾ ਜਿਹੜੀ ਹੈ ਜੀ ਮਿਲਣੀ ਔਖੀ ਹੋ ਗਈ ਆ। ਪੁਲਿਸ ਦਾ ਕਹਿਣਾ ਵੀ ਉਹ ਜੇ ਉਹਨਾਂ ਦੀ ਇਨਵੈਸਟੀਗੇਸ਼ਨ ਦਾ ਜਿੱਥੇ ਤੱਕ ਕਰ ਸਕਦੇ ਉਹ ਕਰਨਗੇ, ਅਦਰਵਾਈਜ਼ ਉਹ ਦੂਸਰੀ ਜਿਹੜੀ ਵੀ ਏਜੰਸੀ ਹੈ ਜਾਂ ਇਲੈਕਸ਼ਨਜ਼ ਕੈਨੇਡਾ ਨੂੰ ਇਹ ਗੱਲਬਾਤ ਸੌਂਪ ਦੇਣਗੇ ਕਿ ਉਹ ਇਹਦੇ ਤੇ ਜੋ ਵੀ ਐਕਸ਼ਨ ਉਹਨਾਂ ਨੇ ਕਰਨਾ ਕਰਨ। ਇਲੈਕਸ਼ਨਜ਼ ਕੈਨੇਡਾ ਕੋਲ ਹਜੇ ਇਸ ਤਰ੍ਹਾਂ ਦੀ ਕੋਈ ਕੰਪਲੇਂਟ ਨਹੀਂ ਪਹੁੰਚੀ, ਪਰ ਜੇ ਕਹਿੰਦੇ ਜੀ ਇਲੈਕਸ਼ਨਜ਼ ਕੈਨੇਡਾ ਉਹ ਸਾਰੀ ਗੱਲਬਾਤ ਨੂੰ ਦੋ ਤਰ੍ਹਾਂ ਨਾਲ ਰਿਜ਼ੋਲਵ ਕਰ ਸਕਦਾ, ਇੱਕ ਤਾਂ ਸੁਲ੍ਹਾ ਸਫਾਈ ਦੇ ਨਾਲ ਹੀ ਵੀ ਇਹਨਾਂ ਨੂੰ ਇੱਕ ਵਾਰਨਿੰਗ ਦੇ ਦਿੱਤੀ ਜਾਵੇ, ਚਿੱਠੀ ਲਿਖ ਕੇ ਦਿੱਤੀ ਜਾਏਗੀ ਕਿ ਤੁਸੀਂ ਇੱਦਾਂ ਦੀ ਗੱਲ ਗਾਂਹ ਤੋਂ ਨਹੀਂ ਕਰਨੀ, ਔਰ ਦੂਸਰੀ ਹੈਗੀ ਆ ਉਹ ਕਹਿੰਦੇ ਜੀ ਵੀ ਇਹਦੇ ਤੇ ਜੁਰਮਾਨਾ ਵੀ ਹੋ ਸਕਦਾ ਤੇ ਜੇਲ੍ਹ ਵੀ ਹੋ ਸਕਦੀ ਆ, ਜਿਹੜੀਆਂ ਕਿ ਦੋਨੋਂ ਹੀ ਜਾਰਜ ਚਾਹਲ ਹੋਰਾਂ ਲਈ ਬੜਾ ਘਾਟੇ ਵਾਲਾ ਸੌਦਾ ਰਹੇਗਾ। ਪਰ ਹੁਣ ਇਹ ਮਸਲਾ ਜਿਹੜਾ ਜੀ ਉਹ ਇਨਵੈਸਟੀਗੇਸ਼ਨ ਦੇ ਵਿੱਚ ਪੈ ਗਿਆ। ਵੈਸੇ ਜਿਹੜੀਆਂ ਆਪਾਂ ਰਾਜਨੀਤਿਕ ਇਨਵੈਸਟੀਗੇਸ਼ਨਾਂ ਦੇਖਦੇ ਆ, ਇੱਥੇ ਪਹਿਲਾਂ ਵੀ ਬੜਾ ਰੌਲਾ ਰੱਪਾ ਪਿਆ ਸੀਗਾ ਜੀ ਇੱਕ ਲੀਡਰਸ਼ਿਪ ਵੇਲੇ, ਤੇ ਉਹਦਾ ਵੀ ਤੁਸੀਂ ਸਾਰਿਆਂ ਨੇ ਦੇਖਿਆ ਹੀ ਆ ਵੀ ਗੱਲਾਂ ਬਾਤਾਂ ਕਿੱਧਰ ਨੂੰ ਗਈਆਂ। ਪਰ ਇਹ ਜੋ ਵੀ ਰਾਜਨੀਤਿਕ ਕੰਮਕਾਰ ਦੇ ਵਿੱਚ ਹੈ, ਲੈਂਦੇ ਮਸਲੇ ਨੂੰ ਸੀਰੀਅਸ ਜੀ, ਇਹਨੂੰ ਐਂਟੀ ਕਰਪਸ਼ਨ ਯੂਨਿਟ ਨੂੰ ਇਹ ਦਿੱਤਾ ਗਿਆ ਵੀ ਭਾਈ ਦੇਖੋ ਇਹਦੇ ਵਿੱਚ ਕਿਹੜੀ ਗੱਲਬਾਤ ਹੈ, ਕਿਉਂਕਿ ਕਿਸੇ ਦਾ ਇਲੈਕਸ਼ਨ ਮਟੀਰੀਅਲ ਰਿਮੂਵ ਕਰਨਾ ਉਹ ਇੱਕ ਕਿਸਮ ਦਾ ਜੁਰਮ ਹੈਗਾ ਜੀ, ਵੀ ਨਹੀਂ ਕਰਨਾ ਚਾਹੀਦਾ। ਔਰ ਦੂਸਰੀ ਖਬਰ ਇਹ ਆ, ਅਲਬਰਟਾ ਦੇ ਵਿੱਚ ਜਿਹੜੇ ਕੋਵਿਡ-19 ਦੇ ਕੇਸ ਆ ਜੀ ਉਹ ਬਹੁਤ ਜ਼ਿਆਦਾ ਹੋ ਰਹੇ ਨੇ, ਹਰ ਦਿਨ ਨਵਾਂ ਰਿਕਾਰਡ ਜਿਹੜਾ ਉਹ ਟੁੱਟ ਰਿਹਾ ਇਹਨਾਂ ਕੇਸਿਸ ਦੇ ਵਿੱਚ। ਹੁਣ ਡਾਕਟਰ ਜਿਹੜੇ ਆ ਜੀ ਉਹ ਇੱਕ ਕਿਸਮ ਦੀ ਚੇਤਾਵਨੀ ਦੇ ਰਹੇ ਨੇ ਬਾਰ-ਬਾਰ, ਹਾਲਾਂਕਿ ਅਲਬਰਟਾ ਹੈਲਥ ਸਰਵਿਸਿਜ਼ ਵਾਲਿਆਂ ਨੇ ਇੱਕ 50-55 ਪੇਜ ਦਾ ਜੀ ਇੱਕ ਕੀ ਕਹਿੰਦੇ ਆ ਪ੍ਰੋਸੀਜਰ ਤਿਆਰ ਕੀਤਾ ਆ, ਜਿਹੜਾ ਵੀ ਜਿਹੜੇ ਹਸਪੀਟਲ ਦੇ ਵਿੱਚ ਜਦੋਂ ਮਰੀਜ਼ ਜਾਂਦੇ ਆ ਤੇ ਉਹਨਾਂ ਨੂੰ ਮਤਲਬ ਉੱਥੇ ਭਰਤੀ ਕਰਨਾ ਜਾਂ ਨਹੀਂ ਕਰਨਾ ਵਗੈਰਾ, ਵੀ ਉਹ ਕਿਵੇਂ ਹੈਂਡਲ ਕਰਨਾ ਆ, ਜਿਹਨੂੰ ਟਰਾਇਜ ਕਹਿੰਦੇ ਆ, ਉਹਦੇ ਤੇ ਹਜੇ ਡਾਕਟਰ ਕਹਿੰਦੇ ਜੀ ਵੀ ਹਜੇ ਪੂਰੀ ਤਰ੍ਹਾਂ ਉਹ ਇੰਪਲੀਮੈਂਟ ਨਹੀਂ ਕੀਤਾ ਗਿਆ, ਪਰ ਉਹ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਇੰਪਲੀਮੈਂਟ ਕਰਨਾ ਪੈ ਜਾਏ ਇਹ ਅਲਬਰਟਾ ਹੈਲਥ ਸਰਵਿਸਿਜ਼ ਵਾਲਿਆਂ ਨੂੰ। ਕਾਰਨ ਇਹ ਹੈ ਜੀ ਵੀ ਜਿਹੜੇ ICU ਦੇ ਵਿੱਚ ਪੇਸ਼ੈਂਟ ਆ ਉਹਨਾਂ ਦੀ ਗਿਣਤੀ ਬਹੁਤ ਵੱਧ ਰਹੀ ਹੈ। ਕਈ ਔਰ ਯੰਗ ਬੰਦੇ ਨੇ ਜਿਨ੍ਹਾਂ ਨੂੰ ਉਹ ਕਹਿੰਦੇ ਹਸਪੀਟਲ ਦੇ ਵਿੱਚ ਰੈਗੂਲਰ ਵਾਰਡ ਦੇ ਵਿੱਚ ਹੀ ਕਈ ਵਾਰੀ ਰੱਖਿਆ ਜਾ ਰਿਹਾ ਆ, ਜਿਨ੍ਹਾਂ ਲੋਕਾਂ ਨੂੰ ਕਈਆਂ ਨੂੰ ਵੈਂਟੀਲੇਟਰ ਦੀ ਲੋੜ ਆ, ਉਹ ਉੱਥੇ ਵੈਂਟੀਲੇਟਰ ਉਹਨੀਆਂ ਚੀਜ਼ਾਂ ਅਵੇਲੇਬਲ ਨਹੀਂ ਹੈ। ਸੋ ਹੁਣ ਇਹ ਕਿਸਮ ਦੀ ਜੀ ਅਲਬਰਟਾ ਦੇ ਵਿੱਚ ਬਹੁਤ ਸੀਰੀਅਸ ਜਿਹੜਾ ਮਸਲਾ ਕੋਵਿਡ-19 ਦਾ ਹੋਇਆ, ਤੇ ਦੂਸਰੇ ਸੂਬਿਆਂ ਨੂੰ ਵੀ ਬੇਨਤੀ ਕੀਤੀ ਗਈ ਆ ਕਿ ਸਾਡੇ ਪੇਸ਼ੈਂਟ ਜਿਹੜੇ ਆ ਇੱਥੋਂ ਟਰਾਂਸਪੋਰਟ ਕਰਕੇ ਅਸੀਂ ਉੱਥੇ ਭੇਜਾਂਗੇ ਤੇ ਉਹ ਐਕਸੈਪਟ ਕਰਨ, ਜਿਹਦੇ ਵਿੱਚ ਅੰਟੇਰੀਓ ਵਾਲਿਆਂ ਨੇ ਇਸ ਗੱਲ ਦੀ ਹਾਮੀ ਭਰੀ ਆ ਕਿ ਹਾਂ ਅਸੀਂ
ਜਿਹੜੇ ਆ ਪੇਸ਼ੈਂਟ ਤੁਹਾਡੇ ਲੈ ਲਵਾਂਗੇ। ਪਰ BC ਨੇ ਜਵਾਬ ਦੇ ਦਿੱਤਾ ਸੀ, ਉਹ ਕਹਿੰਦੇ ਜੀ ਵੀ ਸਾਡੇ ਕੋਲ ਹੋਰ ਰਿਸੋਰਸਿਸ ਅਗਰ ਹੋਏ ਤੇ ਉਹ ਅਸੀਂ ਤੁਹਾਨੂੰ ਦੇ ਸਕਦੇ ਹਾਂ, ਪਰ ਅਸੀਂ ਤੁਹਾਡੇ ਪੇਸ਼ੈਂਟਸ ਜਿਹੜੇ ਆ ਉਹ ਹੋਰ ਨਹੀਂ ਲੈ ਸਕਦੇ। ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ, ਐਡਮਿੰਟਨ। तो खबरों ते जानकारियां दा सिलसिला फिलहाल इत्थे मुकदा है। नवीआं ते ताज़ा खबर लैके फिर तो हाजिर होवांगे। इजाजत चाहुंदे हां, धन्नवाद। साडा हर एक प्रोग्राम देखण ते साडे नाल जुड़न लई सबसक्राइब करो चैनल पंजाबी ते नोटिफिकेशन लई बेल आइकन वाले बटन ते क्लिक करो।